जी नाज़रीन, एक नए प्रोग्राम सियासी वर्कर के हवाले से मैं हूं आपका मेज़बान डॉक्टर शाहिद इकलाल। और इस वक्त मैं मौजूद हूं फैज़बाग के एरिया में, जहां पर नाजी भट्ट साहब जो कि मुस्लिम लीग नून के रहनुमा हैं, आज उनके घर पे मौजूद हैं। जी नाज़रीन, जो वर्कर होते हैं वो किसी भी जमात की रीढ़ की हड्डी की हैसियत रखते हैं और वो उन्हें सहारा देते हैं। और आज ये जो बुज़ुर्ग मुस्लिम लीग की रहनुमा नाजी भट्ट साहब हैं, आप देख रहे हैं कि ये खुद किसी चीज़ का सहारा लेकर चल रहे हैं। तो मैं गुजारिश करूंगा तमाम सियासी पार्टियों से कि खुदारा अपने वर्करों का ख्याल रखें। वर्कर ही आपका सब कुछ होते हैं, वर्कर ही आपका सरमाया है। तो इन वर्करों की वजह से आपकी जमातें चल रही होती हैं। तो आज बात करेंगे नाजी भट्ट साहब से कि उन्होंने कब मुस्लिम लीग नून को ज्वाइन किया और उन्होंने क्या इतने अरसे में क्या देखा, सियासी नशेब अफराद क्या क्या उन्होंने देखे। हमारे साथ रहिएगा। जी नाज़रीन, नियाज़ मोहिउद्दीन भट्ट अल मारूफ नाजी भट्ट साहब हमारे साथ मौजूद हैं। आइए उनसे जानते हैं कि उन्होंने अपने सियासी करियर का आगाज़ कब किया। अस्सलाम वालेकुम। शाहिद इकलाल साहब, ਤੁਸੀਂ ਇਸ ਵਕਤ ਰਿਪੋਰਟਰ ਦੀ ਸੀਗੇ ਜੀ। ਮੈਂ ਤੁਹਾਨੂੰ ਇਸਤਕਲਾਲ ਖਾਂ ਜੋ ਇੱਕ ਸਿਆਸੀ ਵਰਕਰ ਸੀ, ਉਹ ਤੁਹਾਡਾ ਵਾਲਿਦ ਸੀ। ਮੈਂ ਸਮਝਦਾ ਕਿ ਉਹ ਬੜਾ ਅੱਛਾ ਬੰਦਾ ਸੀ। ਉਹਨਾਂ ਨੇ ਸਿਆਸੀ ਇਸ ਇਲਾਕੇ 'ਚ ਕਾਫੀ ਵਰਕਿੰਗ ਕੀਤੀ ਹੈ। ਮੈਂ ਜਨਾਬ 1968 ਦੇ ਵਿੱਚ ਮੀਆਂ ਮੁਮਤਾਜ਼ ਦੌਲਤਾਨਾ ਮੇਰੇ ਆ ਕੇ ਦਫ਼ਤਰ ਦਾ ਇਫਤਾਹ ਕੀਤਾ ਔਰ ਉਹਨੇ ਇਜਲਾਸ ਨੂੰ ਖਿਤਾਬ ਕੀਤਾ ਔਰ ਮੈਂ ਮੁਸਲਿਮ ਲੀਗ 'ਚ ਸ਼ਾਮਲ ਹੋਇਆ 1968 ਦੇ ਵਿੱਚ ਮੀਆਂ ਮੁਮਤਾਜ਼ ਦੌਲਤਾਨਾ ਦੀ ਸਰਕਰਦੀ ਦੇ ਵਿੱਚ। ਮੀਆਂ ਮੁਮਤਾਜ਼ ਦੌਲਤਾਨਾ ਪੰਜਾਬ ਦੇ ਪਹਿਲੇ ਵਜ਼ੀਰ ਆਲਾ ਸਨ ਔਰ ਉਹ ਮੁਸਲਿਮ ਲੀਗ ਕੌਂਸਲ ਮੁਸਲਿਮ ਲੀਗ ਦੇ ਸਦਰ ਸਨ। ਉਸ ਤੋਂ ਬਾਅਦ ਮੈਂ ਬਕਾਇਦਾ ਮੁਸਲਿਮ ਲੀਗ ਦੇ ਵਿੱਚ ਨਾ ਸਿਰਫ ਸ਼ਮੂਲੀਅਤ ਇਖਤਿਆਰ ਕੀਤੀ, ਬਕਾਇਦਾ ਵਰਕਿੰਗ ਦਾ ਆਗਾਜ਼ ਕੀਤਾ। 1970 ਦੇ ਵਿੱਚ ਮੁਸਲਿਮ ਲੀਗ ਦਾ ਪਹਿਲਾ ਜਲਸਾ ਜਿਹੜਾ ਸੀ ਇਲੈਕਸ਼ਨ ਦੇ ਤੌਰ ਦੇ ਉੱਤੇ ਮੋਚੀਵਾਦੇ 'ਚ ਹੋਇਆ ਸੀ, ਜਿਹਦੇ ਵਿੱਚ ਉਹਨਾਂ ਨੇ ਖਿਤਾਬ ਕਰਨਾ ਸੀ। ਉੱਥੇ ਮੇਰੀ ਸਰਦਾਰ ਸ਼ੌਕਤ ਜਹਾਦ ਸਾਹਿਬ, ਬੇਗਮ ਸਰਦਾਰ ਸ਼ੌਕਤ ਜਹਾਦ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ। ਉੱਥੇ ਆਪਣਾ ਸ਼ਰੀਫ ਫਰੂਕ ਸਾਹਿਬ ਜੋ ਜਿਹੜੇ ਜਹਾਨੁਮਾ ਰਸਾਲਾ ਕਰਦੇ ਸਨ, ਉਹ ਉੱਥੇ ਮਿਲੇ। ਉਹਨਾਂ ਨੇ ਮੈਨੂੰ ਕਿਹਾ, ਬੇਗਮ ਸ਼ੌਕਤ ਜਹਾਦ ਨੇ, ਕਿ ਸਰਦਾਰ ਸਾਹਿਬ ਜੀ ਇੱਥੇ ਤਕਰੀਰ ਕਰ ਲੈਣ, ਉਹਨਾਂ ਨੂੰ ਲੈ ਕੇ ਇੱਧਰ ਆ ਜਾਓ। ਮੈਂ ਲੈ ਕੇ ਉਹਨਾਂ ਨੂੰ ਇੱਧਰ ਆਇਆ। ਉਹਨਾਂ ਨੇ ਕਿਹਾ ਜੀ ਜਹਾਨੁਮਾ ਰਸਾਲਾ ਰਾਮ ਗਲੀ ਦੇ ਵਿੱਚ ਸ਼ਰੀਫ ਫਰੂਕ ਸਾਹਿਬ ਦਫ਼ਤਰ ਦੇ ਉੱਥੇ ਚੱਲੋ ਮੇਰੇ ਨਾਲ। ਮੈਂ ਉਹਨਾਂ ਦੇ ਨਾਲ ਉੱਥੇ ਗਿਆ। ਉੱਥੇ ਮੈਂ ਦੇਖਿਆ ਇੱਕ ਨੌਜਵਾਨ ਖੜਾ ਸੀ। ਮੈਂ ਉਹਨੂੰ ਪੁੱਛਿਆ ਕੌਣ ਹੈ? ਉਹਨੇ ਕਿਹਾ ਸ਼ੇਰ ਰਸ਼ੀਦ ਹੈ। ਉਹ ਬਿਲਕੁਲ ਯੰਗ ਸੀ। ਮੈਂ ਉਸ ਵਕਤ 4 ਬੱਚਿਆਂ ਦਾ ਬਾਪ ਸਾਂ। ਮੈਂ ਸਿਆਸੀ ਵਰਕਰ ਦੀ ਹੈਸੀਅਤ ਵਿੱਚ ਕਾਰਕਰਦਗੀ ਜਿਹੜੀ ਸੀ ਮੈਂ ਕਰਦਾ ਰਿਹਾ। 1973 ਦੇ ਵਿੱਚ ਤਰੀਕੇ ਬਹਾਲੀ ਜਮਹੂਰੀਅਤ ਚੱਲੀ, ਜਿਹਦੇ 'ਚ ਮੈਨੂੰ ਖਾਜਾ ਸਫਦਰ, ਚੌਧਰੀ ਜ਼ਹੂਰ ਲਾਈ, ਮਲਕ ਕਾਸਮ, ਚੌਧਰੀ ਮੁਹੰਮਦ ਸਿੰਘ ਚੱਠਾ ਨੇ ਮੈਨੂੰ ਕਿਹਾ ਕਿ ਵੀ ਗ੍ਰਿਫਤਾਰੀ ਦੇਣੀ ਹੈ। ਮੈਂ ਕਿਹਾ ਜੀ ਮੈਂ ਜ਼ਰੂਰ ਗ੍ਰਿਫਤਾਰੀ ਦੇਵਾਂਗਾ। ਜਿਸ ਵੇਲੇ 1973 ਦੇ ਵਿੱਚ 28 ਅਗਸਤ ਨੂੰ ਮੈਂ ਗ੍ਰਿਫਤਾਰੀ ਦਿੱਤੀ। ਮੇਰੇ ਨਾਲ ਆਪਣਾ ਰਾਣਾ ਨਜ਼ਰਮਾਨ, ਆਸਾਨ ਵਾਈ, ਤਾਰਕ ਸ਼ਫੀ ਔਰ ਇੱਕ ਮੌਲਵੀ ਸੀ। 5 ਬੰਦੇ ਅਸੀਂ ਗ੍ਰਿਫਤਾਰ ਹੋਏ। ਰਾਤ ਨੂੰ ਸਾਨੂੰ ਸਿਵਲ ਲਾਈਨ ਲੈ ਗਿਆ। ਸਿਵਲ ਲਾਈਨ ਤੋਂ ਲੈ ਕੇ ਰਾਤੀ 11 ਵਜੇ ਉਹਨਾਂ CI ਪੁਰਾਣੀ ਆਪਣਾ ਚੂਨੇ ਮੰਡੀ ਪੁਰਾਣੀ CI ਲੈ ਗਿਆ। ਉੱਥੇ ਸਾਨੂੰ ਰਾਤੀ 11:30 ਵਜੇ ਉਹਨਾਂ ਨੇ ਮਾਰਨਾ ਸ਼ੁਰੂ ਕੀਤਾ। ਇਕੱਲੇ ਇਕੱਲੇ ਸਾਨੂੰ ਰੱਖਿਆ ਉਹਨਾਂ ਨੇ। ਸਾਰੀ ਰਾਤ ਮਾਰਦੇ ਰਹੇ, ਬੈਠਕਾਂ ਕਢਾਉਂਦੇ ਰਹੇ, ਬੁਰਾ ਅਸਰ ਕਰਦੇ ਰਹੇ। ਸੁਬਾਹ ਅਜ਼ਾਨਾਂ ਹੋਈਆਂ ਅਤੇ ਉਹਨਾਂ ਨੇ ਸਾਨੂੰ ਦੁਬਾਰਾ ਗੱਡੀ 'ਚ ਬਿਠਾਇਆ ਅਤੇ ਸਾਨੂੰ
ਇੱਥੇ ਛੱਡ ਗਿਆ ਆਪਣਾ ਸਿਵਲ ਲਾਈਨ। ਸੁਬਾ ਸਿਵਲ ਲਾਈਨ ਵਾਲਿਆਂ ਨੇ ਸਾਨੂੰ ਸਟੇਸ਼ਨ 'ਤੇ ਮੁਸ਼ੇੜ ਦੇ ਪੇਸ਼ ਕਰਕੇ ਉਹਨਾਂ ਨੇ ਸਾਨੂੰ ਆਪਣਾ ਜੇਲ੍ਹ ਭੇਜਤਾ, ਜਿਹੜੀ ਜੇਲ੍ਹ ਹੈਗੀ ਸੀ ਇੱਥੇ ਸੈਂਟਰਲ ਜੇਲ੍ਹ ਰੱਖਿਆ। ਉੱਥੇ ਜਿਸਲੇ ਜਾ ਕੇ ਬੈਠੇ ਹਾਂ, ਅੱਗੇ ਚੌਧਰੀ ਮੁਹੰਮਦ ਹਸਨ ਚੱਠਾ ਉੱਥੇ ਪਹਿਲੇ ਮੇਰੇ ਤੋਂ ਗ੍ਰਿਫਤਾਰ ਹੋਇਆ ਸੀ। ਉਹਨੇ ਮੈਨੂੰ ਬੁਲਾਇਆ, ਉਹਨੇ ਕਿਹਾ ਨਿਆਜ਼ ਬੇਟਾ ਜੇਲ੍ਹ ਹੈਗੀ ਹੈ, ਇੱਥੇ ਤਰੀਕੇ ਨਾਲ ਰਹਿਣਾ ਬਹਿਣਾ ਖਲੋਣਾ ਹੈ। ਉਸ ਤੋਂ ਬਾਅਦ ਜਿਸਲੇ ਮੈਂ ਉੱਥੇ ਆਇਆ ਤਾਂ ਮਲਕ ਕਾਸਮ ਚੌਧਰੀ ਮੁਹੰਮਦ ਹਸਨ ਚੱਠਾ ਇਹ ਇੱਥੇ ਬੈਠੇ ਚਨੇ ਅਤੇ ਗੁੜ ਖਾ ਰਿਹਾ ਸਾਂ। ਮੈਨੂੰ ਕਹਿੰਦੇ ਨੇ ਯਾਰ ਨਾਸ਼ਤਾ ਕਰ ਲੈ। ਮੈਂ ਕਿਹਾ ਨਾਸ਼ਤਾ ਆਵੇਦਾ ਤੇ ਕਰਾਂ ਦਾ ਲੈ, ਚਨਿਆਂ ਨਾਲ ਨਾਸ਼ਤਾ ਤਾਂ ਨਹੀਂ। ਕਹਿੰਦਾ ਪੁੱਤਰ ਇੱਥੇ ਇਹੋ ਹੀ ਗੁੜ ਅਤੇ ਚਨੇ ਹੀ ਨਾਸ਼ਤਾ ਹੈਗਾ। ਉਹ ਖਾਧੇ। ਉਸ ਤੋਂ ਬਾਅਦ ਦੁਬਾਰਾ ਸਾਨੂੰ ਇੱਕ ਦਿਨ ਰੱਖ ਕੇ ਫਿਰ ਕੋਟ ਲਖਪਤ ਜੇਲ੍ਹ ਲੈ ਗਿਆ। ਕੋਟ ਲਖਪਤ ਜੇਲ੍ਹ ਜਿਸੇ ਲੈ ਕੇ ਗਏ ਨੇ, ਉੱਥੇ ਸਾਨੂੰ ਮੇਰੇ ਜਿਹੜੇ ਸਾਥੀ ਸਨ ਉੱਥੇ, ਉਹਨਾਂ ਨੇ ਮੈਨੂੰ ਉੱਥੇ ਘੁੱਟਿਆ ਨੱਪਿਆ ਬਿਠਾਇਆ, ਮੇਰੀ ਖਿਦਮਤ ਕੀਤੀ। ਉਸ ਤੋਂ ਬਾਅਦ ਹਬੀਬ ਜਾਲਬ ਵੀ ਆ ਗਿਆ ਉੱਥੇ ਗ੍ਰਿਫਤਾਰ ਹੋ ਕੇ। ਆਪਣਾ ਸਫੈਦ ਮਸਜਿਦ ਵਾਲਾ ਮੌਲਵੀ ਜਿਹੜਾ ਸੀ ਮਿਸ਼ਰੀ ਸ਼ਾਹ ਦਾ, ਉਹ ਵੀ ਗਿਆ ਸੀ। ਇਹਨਾਂ ਸਾਰਿਆਂ ਨੇ ਮੈਨੂੰ ਬਿਠਾਇਆ। ਉਹਨਾਂ ਨੇ ਕਿਹਾ ਜੀ ਤੁਹਾਨੂੰ ਆਰਡਰ ਆ ਗਿਆ ਹਬੀਬ ਜਾਲਬ, ਯਾਸਿਨ ਵੱਟੋ, ਫਿਆਜ਼ ਸ਼ਾਹ ਦੇ ਤੁਸੀਂ ਜੇਲ੍ਹ ਦੇ ਹਸਪਤਾਲ ਕੋਟ ਲਖਪਤ ਚੱਲੋ। ਜੇਲ੍ਹ ਦੇ ਹਸਪਤਾਲ ਹੀ ਗਿਆ। ਉੱਥੇ ਪਹਿਲੇ ਚਾਰਪਾਈ ਜਿਹੜੀ ਸੀ ਹਬੀਬ ਜਾਲਬ ਦੀ ਸੀ, ਉਹਦੇ ਨਾਲ ਮੇਰੀ ਸੀ, ਮੇਰੇ ਨਾਲ ਯਾਸਿਨ ਵੱਟੋ ਦੀ ਸੀ, ਉਸ ਤੋਂ ਬਾਅਦ ਫਿਆਜ਼ ਸ਼ਾਹ ਦੀ ਸੀ। ਅਸੀਂ ਉੱਥੇ ਜੇਲ੍ਹ ਦੇ ਵਿੱਚ ਹੀ ਉੱਥੇ ਵਕਤ ਗੁਜ਼ਾਰਨੇ ਸਾਂ। ਬੜੀ ਵੱਡੀ ਉਹ ਕਮਰਾ ਸੀ ਜਿੱਥੇ ਅਸੀਂ ਹੈਗੇ ਸਾਂ, ਅਤੇ ਤਨਖਾਹ ਉੱਥੇ ਇੱਕ ਬੰਦਾ ਸਾਡੇ ਕੋਲ ਜਿਹੜਾ ਸਾਡੇ 'ਤੇ ਮੁਸ਼ਕਤੀ ਸੀ, ਉਹਨੇ ਸਾਨੂੰ आ के सानू पानी शानी देना। अच्छा भट्ट साहब ये बताएं कि कितनी बार आप जेल में गए और मियाँ नवाशी साहब से आपकी पहली मुलाकात कब हुई? जनाब मैं तो मियाँ नवाशी साहब तो आए ना 1985 में इलेक्शन में आए, और 1986 में इन्होंने एंट्री वज़ीर आला के सीए से की। मुझे 1986 में 1 फरवरी को मियाँ गुलाम हैदर वानी साहब ने फ़ोन किया कि नियाज मुस्लिम लीग का जलसा है जनाबाद जिथे महा जनेजो ने वज़ीर आज़म तो नवाशी ने वज़ीर आला का अलफ लैना है, तो तुसी उत्थे स्टेज लाना है, 20,000 कुर्सी विछानी है। मैं 1 फरवरी तो बाद मैं उत्थे जनाबाद मेरी ड्यूटी लग गई। मेरे नाल 4 साथी सन जिन्होंने उत्थे सारा 20,000 कुर्सी विछाण का बेड़ा उठ चुकिया। ख्वाजा रियाज वो जरा सी वो स्टेज बना रहा सी, तो मैं कुर्सियाँ विछा रहा था। उत्थे दूजे तीजे दिन अपना इकबाल अहमद खां, चौधरी शुजात और दूसरे लोग आते सन। उन्होंने कहना यार तुसीं ये चंगा करदे पे। मैं क्या यार हुण तुसीं हुकूमत विच हो, हुण भी तुसीं साडे कोलों कुर्सियां लवाण डए हो। कहता जी साढ़े को वर्कर ही तुसी हो, असी तुहाड़ी शक्ल दिखानी है मीडिया नूं, पता लगे कि मुस्लिम लीग के वर्कर ही ने। तो जनाब उत्थे जलसा होया 8 फरवरी नूं, पहली दफ़ा उत्थे मुलाकात मियाँ नवाज शरीफ नाल हथ मिलाया। और उस तो बाद फिर असी मुस्लिम लीग हाउस से गुलाम हैदर वानी ने सानू कहता कि तुसी चलो। उन्हें फिर टैलीफोन किया भी 16 फरवरी नूं असी मुस्लिम लीग हाउस जिहड़ा सी ना, ਜਿਹੜਾ ਮਲਕ ਕਾਸਮ ਦੇ ਕਬਜ਼ੇ ਹੀ ਸੀ, ਉਹ 'ਤੇ ਅਸੀਂ ਕਬਜ਼ਾ ਕਰਨਾ ਹੈ। ਉਹ ਫਿਰ ਅਸੀਂ ਉੱਥੇ ਆ ਕੇ ਆਪਣਾ ਗੁਲਾਮ हैदर वानी ਅਤੇ ਆਪਣਾ ਸ਼ਾਕਰ ਰਜ਼ਵੀ, ਮੁਹੰਮਦ ਉਮਰ ਸਲਾਰ, ਅਬਦੁਰ ਰਹਿਮਾਨ, ਇਹਨਾਂ ਨਾਲ ਮਿਲ ਕੇ ਅਸੀਂ ਉਹਦੇ ਜੰਦਰੇ ਤੋੜੇ ਮੁਸਲਿਮ ਲੀਗ ਹਾਊਸ 'ਤੇ ਅਸੀਂ ਕਬਜ਼ਾ ਕੀਤਾ। ਅਤੇ ਉਹਦੇ 'ਤੇ ਅਸੀਂ 4 ਮਹੀਨੇ ਮੁਸਲਿਮ ਲੀਗ ਹਾਊਸ ਵਿੱਚ ਰਹੇ, ਅਤੇ ਅਸੀਂ ਬਕਾਇਦਾ ਮੁਸਲਿਮ ਲੀਗ ਦੀ ਜਿੰਨੀ ਕਾਰਕਰਦਗੀ ਸੀ ਅਸੀਂ ਸਮਝਣਾ। ਮੈਂ ਇਸ ਲਈ ਜਿਹੜੇ ਹਾਲਾਤ ਨੇ मेरे तो अगर कोई सीनियर मुस्लिम लीग ही है पाकिस्तान तो वह गुलाम दस्तगीर है। उस तो बाद मेरे तो सीनियर मुस्लिम लीग ही कोई नहीं। जोड़े भी है ने कोई वो मुस्लिम लीग छड़ गए या दूजिया पार्टियां चले गए। मैं 1968 तो लैके अज तक बस्तूर मुस्लिम लीग ही चा। जो भी हालात होए ने मैं पीर भगारे नाल रहा। पीर भगारे ने ही सानू महा जनेजो नाल भेजिया, महा जनेजो ने सानू मुस्लिम लीग मियाँ नवाज शरीफ नाल भेजिया। इन्हां दा इख्तलाफ जिहड़ा चौधरी शुजात होरां दा जिसले महा जनेजो मरिया
ਉੱਥੇ 에ਅਰਪੋਰਟ ਦੇ ਜਨਾਜ਼ੇ ਦੇ ਨਾਸਰ ਚੱਠੇ ਦੇ ਨਾਲ ਹੋਇਆ ਹੈ। ਉਸ ਤੋਂ ਬਾਅਦ ਇਖਤਲਾਫ ਹੋਏ ਨੇ, ਮਗਰ ਅਸੀਂ ਮੀਆਂ ਨਵਾਜ਼ ਸ਼ਰੀਫ ਦਾ ਬੇੜਾ ਚੁੱਕਿਆ ਹੋਇਆ ਸੀ, ਉਹਨਾਂ ਉਹ ਨਾਲ ਹੀ ਅੱਜ ਤੱਕ ਬਸ ਤੂਰ रहे हैं। अच्छा जी जी, भट्ट साहब ये बताएं कि जब हम आपके घर पे आए हैं, यहाँ पर हमने देखा कि मियाँ नवाशी साहब के साथ भी तस्वीरें आपकी, मियाँ शबाशी साहब के साथ भी हैं, मियाँ हदाशबाद के साथ भी हैं, और जितना बड़ा आपका एक नाम है शुमाली लाहौर में, तो मगर आपके जो घर के हालात देखकर लगता है कि आपने ज़िंदगी में पैसा नहीं बनाया, सिर्फ ये मोहब्बतें ही बांटी हैं और पार्टी के लिए वर्क किया आपने। तो क्या सियासी वर्करों का यही होता है कि उन्होंने सिर्फ पार्टियों के लिए काम करना होता है, कि या उनकी भी घर की ज़रूरियात होती है? मेरे ख्याल से ये ज़्यादा से ज़्यादा 2 या 2.5 मरले की जगह होगी, और इनका जितना बड़ा एक नाम है कि नियाज़ मोहिउद्दीन अल मरूफ नाजी भट्ट, उससे जाहिर होता है कि शायद बहुत बड़ा एक इनका जनाब यहाँ पर एक महल होगा। जब हम इनके घर आए तो घर आकर देखा कि ये 2-2.5 मरले का घर, तो क्या सियासी वर्करों के साथ यही कुछ होता रहेगा इस मुल्क में? क्या कब तक ये ऐसा चलेगा? तो बात करते हैं नाजी भट्ट साहब से कि ये जो आपका घर है मेरे ख्याल से 2 या 2.5 मरले का, तो बताइएगा इस वाले से। जनाब गुजारिश है कि मैं ਇਹਦੇ 'ਚ ਬੜਾ ਮੁਤਮਿਨ ਹਾਂ ਕਿ ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰ ਰਿਹਾ। ਮੈਂ ਮੁਹਤਾਜ ਨਹੀਂ ਗਾ ਕਿਸੇ ਦਾ। ਮੈਂ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਮੇਰੇ ਜਿਹੜੇ ਨੇ ਉਹ ਕਾਰੋਬਾਰ ਕਰਦੇ ਨੇ। ਮੈਂ ਕਰਿਆਨੇ ਦੀ ਦੁਕਾਨ ਕਰਨਾ ਸਾਂ। ਅੱਜ ਵੀ ਮੇਰੇ ਕਰਿਆਨੇ ਦੀ ਦੁਕਾਨ ਹੈ ਜਿੱਥੇ ਮੇਰਾ ਬੇਟਾ ਬੈਠਾ ਹੋਇਆ ਹੈ, ਤੇ ਮੈਂ ਉਹਦੇ 'ਤੇ ਗੁਜ਼ਰ ਕਰਨਾ। ਮਗਰ ਮੈਂ ਸ਼ੁਕਰ ਅਦਾ ਕਰਨਾ ਕਿ ਅੱਲਾਹ ਤਾਲਾ ਨੇ ਮੈਨੂੰ ਇੱਜ਼ਤ ਦਿੱਤੀ ਹੈ। ਮੇਰੇ ਕਾਇਦੀਨ ਜਿਹੜੇ ਨੇ ਉਹ ਮੇਰੀ ਇੱਜ਼ਤ ਕਰਦੇ ਨੇ, ਮੇਰੇ ਨਾਲ ਪਿਆਰ ਕਰਦੇ ਨੇ। ਮੈਂ ਮੁਤਮਿਨ ਆਪਣੀ ਕਿਆਦਤ ਦੇ ਉੱਤੇ। ਹਮਜ਼ਾ ਸਾਹਿਬ, ਮੀਆਂ ਮੁਸ਼ਤਬਾ ਸਾਹਿਬ ਮੇਰੇ ਇਲਾਕੇ ਦੇ MPA ਦੇ MLA ਨੇ। ਮੇਰੇ ਘਰ ਉਹਨਾਂ ਦੋਵਾਂ ਦੀ ਤਸਵੀਰ ਲੱਗੀ ਹੋਵੇ ਦੀ, ਔਰ ਕਿਸੇ ਦੀ ਨਹੀਂ ਲੱਗੀ ਹੋਵੇ ਦੀ। ਮੈਂ ਕਦੀ ਕਿਸੇ MPA MLA ਦੇ ਘਰ ਨਹੀਂ ਕਦੀ ਗਿਆ। ਮੈਂ ਸਿਰਫ ਹਮਜ਼ਾ ਸਾਹਿਬ ਔਰ ਮੀਆਂ ਮੁਸ਼ਤਬਾ ਸਾਹਿਬ ਤੇ ਕਰੀ ਆਪਣਾ ਰਾਬਤਾ ਰੱਖਿਆ ਹੈ। ਹਾਲਾਂਕਿ ख्वाजा साद रफीक ਜਿਹੜਾ ਉਹ ਮੇਰੇ ਬੱਚਿਆਂ ਵਰਗਾ ਹੈ, ਉਹ ਮੇਰੀ ਬਹੁਤ ਇੱਜ਼ਤ ਕਰਦਾ, ਮਗਰ ਮੈਂ ਕਦੀ ਕਿਸੇ ਕੋਲ ਨਹੀਂ ਗਿਆ। ਮੈਂ ਆਪਣੇ ਘਰ ਦੇ 'ਚ ਹੀ ਆਪਣੇ ਬੱਚਿਆਂ ਕੋਲ ਆਪਣੀ ਦੁਕਾਨ ਦੇ ਬਾਹਰ ਜਾ ਕੇ ਬੈਠ ਜਾਂਦਾ। ਉਹ ਮੇਰਾ ਬੱਚਾ ਦੁਕਾਨ ਕਰਦਾ, ਮੈਂ ਉੱਥੇ ਬੈਠ ਕੇ ਘੰਟਾ 2 ਘੰਟੇ ਮੇਰਾ ਬੱਚਾ ਲੈ ਜਾਂਦਾ, ਮੈਨੂੰ ਦੁਕਾਨ 'ਤੇ ਬਿਠਾ ਦਿੰਦਾ ਬਾਹਰ, ਅਤੇ ਮੈਨੂੰ ਮੁੜ ਕੇ ਲੈ ਆਉਂਦਾ ਅਤੇ ਮੈਂ ਇੱਥੇ ਬਹਿ ਜਾਂਦਾ। ਮੈਂ ਆਪਣਾ ਜਿਹੜਾ ਵਕਤ ਹੈ ਮੁਸਲਿਮ ਲੀਗ ਲਈ ਵਕਫ ਕੀਤਾ, ਆਪਣੀ ਜਾਨ ਵੀ ਮੁਸਲਿਮ ਲੀਗ ਹੀ ਵਕਫ ਕੀਤੀ ਹੈ। ਅੱਜ ਮੇਰਾ ਪੋਤਰਾ ਜਿਹੜਾ ਅਹਿਮਦ ਭੱਟ, ਉਹ ਮੇਰੇ ਨਾਲ ਬਿਲਕੁਲ ਸ਼ਾਨਾ ਬਸ਼ਾਨਾ ਮੇਰੇ ਨਾਲ ਚੱਲਦਾ ਪਿਆ। ਮੈਂ ਅੱਜ ਆਪਣੇ ਪੋਤਰੇ ਦੇ ਸਹਾਰੇ ਮੁਸਲਿਮ ਲੀਗ ਲਈ ਖਿਦਮਤ ਲਈ ਹਰ ਵਕਤ ਹਾਜ਼ਰ ਹਾਂ। ਮੇਰੇ ਸਾਥੀ ਮਲਕ ਸ਼ਾਨੀ ਜਿਹਨੇ ਮੇਰੇ ਨਾਲ ਮੇਰਾ ਬਾਜ਼ੂ ਫੜਿਆ ਹੈ ਇਲਾਕੇ ਦੇ ਵਿੱਚ, ਮੇਰਾ ਹਰ ਕੰਮ ਮੇਰੇ ਨਾਲ ਮਿਲ ਕੇ ਕਰਦਾ ਹੈ, ਔਰ ਜਿੰਨੀ ਵੀ ਮੇਰੀ ਖਿਦਮਤ ਹੋ ਸਕਦੀ ਹੈ ਮਲਕ ਸ਼ਾਨੀ ਕਰਦਾ ਹੈ। ਔਰ ਮੈਂ ਪਾਰਟੀ ਦੀ ਖਿਦਮਤ ਜਿਹੜੀ ਹੈ ਜਿੰਨੀ ਇਹ ਮੈਂ ਕਰਾਂਗਾ, ਜਿੰਨਾ ਜੇ ਮੇਰੀ ਜ਼ਿੰਦਗੀ ਹੈ, ਮੈਂ ਆਪਣੀ ਕਿਆਦਤ 'ਤੇ ਮੁਕੰਮਲ ਇਤਮਾਦ ਦਾ ਆਧਾਰ ਕਰਨਾ। ਪਾਰਟੀਆਂ ਦੇ ਵਿੱਚ ਜੋ ਕੁਛ ਵੀ ਹੁੰਦਾ, ਮਗਰ ਗੱਲ ਇਹ ਵੇ ਕਿ ਮੇਰੀ ਪਾਰਟੀ ਨੂੰ ਇਹ ਪਤਾ ਕਿ ਇਹ ਬੰਦਾ ਜਿਹੜਾ ਇਹ ਮੁਸਲਿਮ ਲੀਗੀ ਹੈ, ਇਹਨੇ ਮੁਸਲਿਮ ਲੀਗ ਦੇ ਨਾਲ ਹੀ ਰਹਿਣਾ। ਇਹ ਬਿਲਕੁਲ ਮੁਸਲਿਮ ਲੀਗ ਦੇ ਅੱਧੋ ਨਹੀਂ ਹੋਵੇਗਾ। ਮੈਂ ਖਾਸ ਤੌਰ 'ਤੇ ख्वाजा सफदर ਚੌਧਰੀ ਜ਼ਹੂਰ ਲਈ ਇਹਨਾਂ ਦਾ ਮੈਂ ਬਹੁਤ ਇਤਰਾਮ ਕਰਨਾ ਸਾਂ। ਇਹ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ। ਮੈਂ ਜਿਸ ख्वाजा सफदर ने अपने पुत्र ख्वाजा आसफ की शादी की है, उन्हें बकायदा मैंने शादी से मदऊ किया। मैं पहली दफ़ा सियालकोट गया ख्वाजा आसफ की शादी से, मगर उत्थे इन्ना रश से मैं किसी ने मिल जुल नहीं सकिया। मैं 15-20 मिनट उत्थे बैठ के मैं वापस लाहौर आ गया। अच्छा भट्ट साहब, ये बताएं कि पाकिस्तान मुस्लिम लीग नून ने भी सियासी वर्कर जो उनको बहुत ज़्यादा नवाजा। क्या आपके भी पार्टी ने कभी आपके बच्चों को कोई जॉब नौकरी दिया या कोई प्लाट आपको दिया या कोई ऐसी मुराद आपको दी है? क्योंकि आप एक सीनियर मुस्लिम लीग की रहनुमा हैं और आप माशाल्लाह एक अरसे से जदोजहद कर रहे हैं और आपकी स्ट्रगल जो सबके सामने है। शायद इकरार साहब, ਤੁਸੀਂ ਨਾ ਸਿਰਫ ਰਿਪੋਰਟਰ ਹੋ ਬਲਕਿ ਮੇਰੇ ਬੱਚੇ ਹੋ ਇਸ ਇਲਾਕੇ ਦੇ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਨਾ ਕਿਉਂਕਿ ਤੁਸੀਂ ਇੱਕ ਸਿਆਸੀ ਬਸੀਰਤ ਰੱਖਦੇ ਹੋ। ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨਾ ਕਿ ਮੈਂ ਸਿਆਸੀ ਤੌਰ ਦੇ ਉੱਤੇ ਅੱਜ ਤੱਕ ਨਾ ਆਪਣੇ ਖਾਨਦਾਨ ਦਾ ਨਾ ਆਪਣਾ ਬੱਚਾ ਕੋਈ ਨੌਕਰ ਨਹੀਂ ਕਰਾਇਆ। ਮੈਂ ਬਿਲਕੁਲ ਇਸ ਚੀਜ਼ ਦਾ ਖਾਸ਼ਮੰਦ ਨਹੀਂ ਕਿ ਮੈਨੂੰ ਨੌਕਰੀ ਮਿਲੇ ਹੀ ਤਾਂ ਮੈਂ ਮੁਸਲਿਮ ਲੀਗ ਹੀ ਹਾਂ। ਨਹੀਂ, ਮੈਂ ਮੁਸਲਿਮ ਲੀਗੀ ਹਾਂ, मुस्लिम लीगी मरांगा। मैं अपनी क़यादत मुकम्मल इत्माद करना। जी नाज़रीन, आपने सुना कि नियाज़ मोहिउद्दीन भट्ट अल मरूफ नाजी भट्ट जो कि मुस्लिम लीग नून के बड़े सरगर्म रहनुमा और उनकी जदोजहद की एक तवील दास्तान है।
اور انہوں نے آپ کو بتایا کہ انہوں نے جو 68 میں اپنا یہ آغاز کیا اور آج تک وہ مسلم لیگ کے ساتھ ہیں، اور انہوں نے کہا کہ آنے والے وقتوں میں بھی مسلم لیگ کے ساتھ ہی رہیں گے، ان کا جینا اور مرنا مسلم لیگ نون کے ساتھ ہے۔ اس کے ساتھ ہی اپنے میزبان ڈاکٹر شاہد اسقلال کو اجازت دیجیے گا۔ اللہ نگہبان۔ کرو مہربانی تم اہل زمیں پر، خدا مہربان ہوگا عرش بری پر۔ رابعہ ویلفیئر ہاسپٹل، جہاں عرصہ 41 سال سے لاکھوں مریضوں کا جدید سہولیات سے علاج کیا جا رہا ہے۔ رابعہ ویلفیئر ہاسپٹل کا نصب العین انسانیت کی بے لوث خدمت، اہل علاقہ کی سہولیات کے لیے بچوں کی بہترین نرسری، لیبر روم، ماہر گائناکالوجسٹ کی زیر نگرانی زچہ و بچہ وارڈ، شعبہ امراض چشم، مرد و خواتین کے لیے علیحدہ ڈینٹل ڈپارٹمنٹ، مرد و خواتین کے لیے علیحدہ فزیوتھراپی یونٹ، اوپن MRI، تھرمل تھراپی، لیبارٹری، ڈیجیٹل ایکس رے، مرد و خواتین کے الٹرا ساؤنڈ، ECG، فارمیسی جیسی تمام سہولیات ماہر کوالیفائڈ ڈاکٹرز اور سٹاف کی زیر نگرانی مہیا کی جا رہی ہیں۔ اس کے علاوہ میدا، جگر، شوگر، آرتھوپیڈک، ENT، ماہر امراض بچگان، سکن اسپیشلسٹ، لیپروسکوپک سرجن اور جدید آپریشن تھیٹر کی سہولت بھی میسر ہے۔ نیز TB کا مؤثر علاج بھی کیا جاتا ہے۔ رابعہ ویلفیئر ہاسپٹل، جو آپ کا احساس کرتا ہے محبت سے اور خدمت سے۔ رابعہ ویلفیئر ہاسپٹل، محبوب روڈ چوک، فاروق گنج، مصری شاہ، لاہور، 04237607861۔